ਗੁਰੂ ਸਾਹਿਬ ਜੀ ਗੌੜੀ ਪੂਰਬੀ ਰਵਿਦਾਸ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਰਾ, ਕਾਸ਼ ਦੇਸ ਬਦੇਸ਼ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਾਸ਼ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ, ਇਕ ਛਿਨ ਦਰਸ਼ ਦਿਖਾਏ ਜੀ। ਰਹਾਉ ਮਲਿਨ ਪਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੂਕਈ, ਮੈਂ ਸਮਤ ਦੇ ਸਮਝਾਏ। ਜੋਗੀ ਸਰ ਪਾਵੇ ਨਹੀਂ, ਤੋਏ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ, ਕਹਿ ਰਵਿਦਾਸ ਚਮਾਰ। ਪ੍ਰੇਮ ਭਗਤ ਕੈ ਕਾਰਣੈ, ਕਹਿ ਰਵਿਦਾਸ ਚਮਾਰ। ਪਰਮ ਸਤਿਕਾਰਯੋਗ ਸਾਹਿਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਬਟਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਗਤ ਰਵਿਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 346 ਰਾਗ ਗੌੜੀ ਦੇ ਅੰਦਰ ਦਰਜ ਹੈ। ਰਵਿਦਾਸ ਮਹਾਰਾਜ ਜੀ ਅੱਜ ਇਸ ਪਾਵਨ ਸ਼ਬਦ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਸ ਪਾਵਨ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ। ਭਗਤ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਗੌੜੀ ਪੂਰਬੀ ਰਵਿਦਾਸ ਜੀਓ। ਇਹ ਸ਼ਬਦ ਜਿਹੜਾ ਇਸ ਸਿਰਲੇਖ ਦੇ ਹੇਠ ਦਰਜ ਹੈ, ਗੌੜੀ ਪੂਰਬੀ ਰਵਿਦਾਸ ਜੀਓ। ਜਿਸ ਤਰ੍ਹਾਂ ਅਸੀਂ ਪਹਿਲਾਂ ਸ਼ਬਦ ਵਿਚਾਰ ਕੇ ਆਏ ਹਾਂ, ਉਹਨਾਂ ਉੱਪਰ ਜਿਹੜਾ ਸਿਰਲੇਖ ਲਿਖਿਆ ਸੀ, ਗੌੜੀ ਗਵਾਰੇਰੀ, ਗੌੜੀ ਬੈਰਾਗਣ, ਇਸੇ ਤਰ੍ਹਾਂ ਗੌੜੀ ਪੂਰਬੀ, ਇਹ ਜਿਹੜੀ ਇੱਕ ਕਿਸਮ ਹੈ, ਇਸ ਨੂੰ ਗੌੜੀ ਪੂਰਬੀ ਵਿੱਚ ਗਾਉਣ ਦਾ ਉਪਦੇਸ਼ ਕੀਤਾ ਗਿਆ ਹੈ। ਇੱਕ ਓੰਕਾਰ, ਪਰਮਾਤਮਾ ਇੱਕ ਹੈ, ਸਦਾ ਰਹਿਣ ਵਾਲਾ ਹੈ। ਸਤਿਗੁਰ ਪ੍ਰਸਾਦ, ਕਹਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਜੇ ਗੁਰੂ ਦੀ ਮੱਤ ਲਵਾਂਗੇ, ਗੁਰੂ ਦੀ ਕਿਰਪਾ ਫਿਰ ਹੋਵੇਗੀ। ਜਿੰਨਾ ਚਿਰ ਅਸੀਂ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਾਂਗੇ, ਗੁਰੂ ਦੇ ਭਾਣੇ ਵਿੱਚ ਨਹੀਂ ਚੱਲਾਂਗੇ, ਤੇ ਗੁਰੂ ਦੀ ਕਿਰਪਾ ਸਾਡੇ 'ਤੇ ਨਹੀਂ ਹੋ ਸਕਦੀ। ਗੁਰੂ ਸਾਡੇ 'ਤੇ ਉਦੋਂ ਦਿਆਲ ਹੋਵੇਗਾ, ਖੁਸ਼ ਹੋਵੇਗਾ, ਜਦੋਂ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਾਂਗੇ। ਜੇ ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਆ, ਫਿਰ ਸਾਨੂੰ ਗੁਰੂ ਦੇ ਹੁਕਮ ਨੂੰ ਮੰਨਣਾ ਪੈਣਾ, ਉਹਦੇ ਭਾਣੇ ਵਿੱਚ ਰਹਿਣਾ ਪੈਣਾ। ਮਾਲਕ ਜੀ ਕਹਿੰਦੇ ਨੇ, ਅੱਗੇ ਬਚਨ ਕਰਦੇ ਨੇ, ਰਹਾਉ ਵਾਲੇ ਬੰਦ ਵਿੱਚ ਰਵਿਦਾਸ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕੀਤੀ ਹੈ, ਅਰਦਾਸ ਕਰਦੇ ਨੇ, ਅਰਜ਼ੋਈ ਕਰਦੇ ਨੇ। ਬੇਨਤੀ ਕੀ ਕਰਦੇ ਨੇ? ਮਾਲਕ ਜੀ ਬਚਨ ਕਰਦੇ ਨੇ, ਸਗਲ ਭਵਨ ਕੇ ਨਾਇਕਾ। ਸਗਲ ਦਾ ਅਰਥ ਹੁੰਦਾ ਸਾਰੇ, ਭਵਨਾਂ ਦੇ ਨਾਇਕਾ। ਕਹਿੰਦੇ ਸਾਰੇ ਭਵਨਾਂ ਦੇ ਸਰਦਾਰ,
एक छिन दर्श दिखाए जी। कहते मैनू एक खिन भर वास्ते अपने दर्शन दे, अपने दीदार दे। ये सारे भवनां दे सरदार इत्थे रविदास महाराज जी ने अकाल पुरख वाहिगुरू नूं सारे भवनां दे सरदार आखिया आ। गुरु प्यार वालिओ इत्थे एक गल क्लीयर हो जाती आ कि संसार अंदर होर कोई नहीं है जिहड़ा संसार नूं चला रहा, जिहड़ा दुनिया नूं चला रहा। सिर्फ ते सिर्फ अकाल पुरख वाहिगुरू है, वो अल्लाह है जिहड़ा सब नूं पैदा कर रहा, सारे संसार नूं चला रहा, रिजक दे रहा आ। ते रविदास महाराज जी कहते ने हे सारे भवनां दे सरदार, सारे भवनां दे नायका। नायक दा अर्थ की हुंदा? आगू, मुखी। सारे भवनां दे सरदार, सारी सृष्टि दा सरदार अकाल पुरख वाहिगुरू, क्योंकि वो परमात्मा वाहिगुरू है जिहड़ा सब नूं चलाउण वाला। सुखमनी साहिब की बाणी पढ़ते हाँ, करण कारण प्रभ एक है, दूसर नाही कोय। नानक तिस बलिहारणे, जल थल महिल सोए। कि करण कराउण वाला मालक वाहिगुरू है, वो अकाल पुरख है, होर कोई दूजा नहीं है। सतगुरु की बाणी अंदर होर असीं बचन पढ़ते हाँ, साहिब मेरा एको है। एको है भाई, एको है। कहते जिहड़ा मेरा साहिब है वो इको एक आ, वो अकाल पुरख वाहिगुरू है, होर कोई दूजा नहीं है। ये नहीं कि जेकर उन्हें मीह पवाना होवे ते होर कोई भेजदा आ, जां कोई जे कोई संसार अंदर जे कोई किसी नूं जन्म देना, जीव पैदा करने, उन्हें कोई होर बंदा रखिया होया। जे कोई जीव मर रहे आ ते उन्हें होर कोई बंदा रखिया होया, जां उन्हें होर कोई रिजक देना होवे संसार नूं ते उन्हें होर कोई रखिया होवे। जिस तरह संसार विच असी काम कार करते हैं, जिमें वक्खो वखरे कामां वास्ते वक्खो वखरे बंदे रखे हुंदे आ, कामे रखे हुंदे कि भाई इन्हें ये काम करना, इन्हें ये करना। कहते अकाल पुरख जिहड़ा है उन्हें इहो जिहा कुछ नहीं रखिया होया, वो सब कुछ आप ही करन वाला आ। मालिक जी दा वचन है, जा करता सेठी को साजे। सृष्टि नूं साजण वाला भी मालक वाहिगुरू है, ते सृष्टि नूं नाश करन वाला भी परमात्मा है। जे मीह पाउण वाला भी अकाल पुरख है, ते हटाउण वाला भी अकाल पुरख है। मीह पिया परमेश्वर पाया, जी जंत सब सुखी वसाया। सारे जीवां नूं सुखी करन वाला, सारे संसार नूं पालण वाला, रिजक देण वाला अकाल पुरख वाहिगुरू आप है। ओही जिहड़ा सब कुछ कर रहा आ, ਉਹਦੇ हुक्म ਵਿੱਚ ही सारा संसार चल रहा है, होर कोई दूजा नहीं है। ते मालिक जी बचन करते ने, सगल भवन के नायका। कहते हे सारे भवनां दे सरदार, एक छिन। छिन का अर्थ की हुंदा? छिन मात्र, भाव के खिन मात्र वास्ते। गुरु प्यार वालिओ एक छिन दर्श दिखाए जी। कहते एक खिन भर लई मैनू दर्शन दे। गुरु प्यार वालिओ जेकर छिन भर वास्ते भी सानू मालिक दे दर्शन हो जाण, जेकर असी उस अकाल पुरख वाहिगुरू दी छिन मात्र वास्ते भी होंद नूं महसूस कर लईए, उहनूं अनुभव कर लईए, फिर भी साडा जीवन दा पार उतारा हो जाता है। मालिक जी दा बचन कहंदे, एक प्राण एक शब्द मेरे प्राण बसत है, बहुल जन्म नाम। कहते जेकर एक शब्द भी गुरु का मेरे जीवन च वस जाए ना, तो मेरा जन्म, मेरा जिहड़ा जीवन आ जन्म मरण का चक्रां विच नहीं पैंदा, मेरा जीवन भटकदा नहीं। पातशाह दी होर बाणी पढ़ ली। मालिक जी कहते जे एक गुर की सिख सुनी, जेकर असी गुरु की एक सिक्ख्या भी सुन लीए, फिर भी साडे जीवन का पार उतारा हो सकता है। हुण वेखो गुरु प्यार वालिओ, घर दे विच असी जदों दुध नूं जाग लाउने आ, ਉਹਦੇ ਵਿੱਚ ਅਸੀਂ ਛਿਨ ਮਾਤਰੀ ਜਿਹੜਾ ਛਿੱਟਕ ਜਾਗ ਦਾ ਪਾਉਂਦੇ ਆ। ਕੋਈ ਇਹ ਨਹੀਂ ਕਿ ਅਸੀਂ ਬਾਲਟੀ ਭਰ ਕੇ ਵਿੱਚ ਸੁੱਟ ਦਿੰਦੇ ਆ। ਭਾਵੇਂ ਇੱਕ ਟੱਪ ਵੀ ਦੁੱਧ ਦਾ ਭਰਿਆ ਹੋਵੇ, ਅਸੀਂ ਉਹਦੇ ਕਿਣਕਾ ਮਾਤਰੀ ਥੋੜਾ ਹੀ ਜਿਹੜਾ ਜਾਗ ਲਾਵਾਂਗੇ, ਕੋਈ ਜ਼ਿਆਦਾ ਨਹੀਂ। ਜੇ ਜ਼ਿਆਦਾ ਪੈ ਗਿਆ ਤੇ ਜ਼ਿਆਦਾ ਖੱਟਾ ਹੋ ਜਾਂਦਾ, ਜੇ ਘੱਟ ਪੈ ਗਿਆ ਤੇ ਫਿਰ ਉਹ ਜੰਮਦਾ ਹੀ ਨਹੀਂ। ਮਾਲਕ ਜੀ ਕਹਿੰਦੇ ਨੇ, ਕਿਣਕਾ ਏਕ ਜਿਸ ਜੀ ਵਸਾਵੇ। कहते जेकर किणका मात्र भी मालक वाहिगुरू साडे जीवन च वस जावे ना, उहदे गुण वस जाण,
ताकि महिमा गनी ना आवे। कहते तां भी मनुख की वड्याई बयान नहीं की जा सकती। ਜਿਹਦੇ ਹਿਰਦੇ ਵਿੱਚੋਂ मालक किणका मात्र वस जाता, कहते ਉਹਦੀ ਵਡਿਆਈ कहते ਬਿਆਨ नहीं की जा सकती। भाव कि अपने जीवन ਨੂੰ जाग ਲਾਉਣਾ ਅਸੀਂ। जो साडे जीवन ਨੂੰ रब्बी नाम ਦਾ ਉਹਦੇ गुणा ਦਾ जाग लग गया ना, फिर अपने आप ही साडा जीवन ਜਿਹੜਾ तुर पवेगा। भाव कि एक कदम पुੱਟਣ ਦੇ ਨਾਲ ਹੀ ਸਾਡੇ जीवन ਦੀ ਜਿਹੜੀ सफ़र ਦੀ ਪਹਿल ਹੁੰਦੀ है। जे ਅਸੀਂ एक कदम ਪੁੱਟਾਂਗੇ, ਹੁਣ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਕੀਤਾ, ਕਹਿੰਦੇ ਚਰਨ ਸ਼ਰਨ ਜਾਏ ਚੱਲ, ਮਾਲਿਕ ਜੀ ਕਹਿੰਦੇ ਚਰਨ ਸ਼ਰਨ ਗੁਰ ਜਾਏ ਚੱਲ, ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਜੇਕਰ ਤੂੰ ਇੱਕ ਕਦਮ ਪੁੱਟੇਗਾ ਤੇ ਗੁਰੂ ਤੈਨੂੰ ਕਹਿੰਦੇ ਕਰੋੜਾਂ ਕਦਮ ਅੱਗੇ ਆ ਕੇ ਲੈ ਕੇ ਜਾਵੇਗਾ। ਗੁਰੂ ਪਿਆਰ ਵਾਲਿਓ, ਮਾਲਿਕ ਜੀ ਕਹਿੰਦੇ ਆਪਣੇ ਵੱਲੋਂ ਤੂੰ ਪਹਿਲ ਕਰ, तुरन की पहल कर, अपने वालों हुक्म मनन की पहल कर। कहते मैं तेनों करोड़ा कदम अगे आके लेके जावेगा। हुण गल तां एक कदम दी आ, हूँ सानू तां इवें लगेगा कि भाई एक कदम तां कुछ नहीं हुंदा, एक छिन मात्र भी कोई बाड़ा नहीं हुंदा। पर गुरु प्यार वाले सतगुरु जी शुरुआत करना चाहुंदे साडे जीवन दे अंदर कि भलिया तू एक छिन मात्र भी मालिक की होंद नूं महसूस करदा ना, फिर भी तेरा जीवन जिहड़ा ना उस राह ते चल पवेगा, तेरा जीवन सफला हो जाएगा, तेरा जीवन जिहड़ा गुणा नाल भर जाएगा। गल की है साडे जीवन अंदर जाग लाउण दी आ। किनका एक जिस जी वसावे ताकि महिमा गनी ना आवे। किनका मात्र भी उहदा नाम वस जावे। इस करके मालिक जी कहते ने सगल भवन के नायका, हे सारे भवनां दे सरदार अकाल पुरख, एक छिन दर्श दिखाए जी। कहते एक खिन मात्र भर वास्ते मैनू दर्शन दे। दर्शन का अर्थ की आ, मालिक जी की बाणी अंदर बचन पढ़िए, पातशाह जी कहते देह दर्श सुख दाते आ। कहते सुखा देण वाले दाते प्रभु मैनू अपना दर्शन दे। मैं गल विच लैहो मिलाए जीओ। कहते मैनू अपने गल ना ला ला, अपने दर्शन दे। दर्शन का अर्थ की आ, ये थोड़ा कि रब ने आके सानू हुण सीधे दर्शन देने आ। दर्शन का अर्थ की असी ओदी होंद नूं महसूस करना, ओदे गुणां नूं जीवन च वसाउणा। जिवें असी आखीए भाई असी गुरु दे दर्शन कर लीए। गुरु दे दर्शन करन दा अर्थ की आ कि असी गुरु दी विचार नूं मनना, असी गुरु दी मत नूं जीवन च अपनाउणा। मालिक जी बचन करदे ने ताका दर्श पाइए बड़ भागी, जाके राम नाम लिव लागी। कहते जेड़ा मनुख भी उस मनुख का दर्शन करता है जिहड़ा रब नाल जुड़िया होया है, कहते फिर उसकी जिस मनुख की लगन कहते परमेश्वर के नाम दे विच जुड़ी रहिंदी आ, लगी रहिंदी आ। जिहड़ा मनुख भी उस मनुख के जीवन के नाल सांझ पाउंदा, उहदी संगत करदा, दर्शन करदा, मालिक जी कहते ने वो अपने जीवन विच वड्डियां भागां वाला बन जाता है। गुरु प्यार वालों, केवल दर्शन करन दे नाल कुछ नहीं हुंदा। दर्शन तां गुरु अर्जन साहब जी दे पिरथी चंद भी करदा सीगा, गुरु रामदास साहब जी दे भी दर्शन करदा सी पिरथी चंद, जिहड़ा बाद विच बेईमानियां ते उतर आया। गुरु प्यार वालों, दर्शन तां सज्जन ठग वर्गे भी करते होणगे गुरु नानक साहब जी दे। गल केवल दर्शना की नहीं। मान लो असी अपने बापू की तस्वीर की दर्शन करी जाइए, बापू नूं सामने बिठा लीए तो उहदे अख बल तक्की जाइए कि भाई मैं तो बापू के दर्शन कर ले। दर्शन का अर्थ हुंदा कि भाव असी बापू की गल नूं मनना, उहदे कहणे विच रहना, उहदे हुक्म नूं जीवन च वसाउणा। फिर असी अपने मापियां दे दर्शन करन दा फायदा आ। जे सामने असी आखीए भाई दर्शन कर ले, गल मन्नीए ना, तो वह दर्शनां दा कोई फायदा नहीं। इसे तरह ही असी आखीए कि भाई असी गुरु साहब दे, गुरु ग्रंथ साहब दे दर्शन कर ले, हुण साडा पारो उतारा हो जाना आ। इस तरह पारो उतारा नहीं होना गुरु प्यार वाले, जिन्ना चिर असी गुरु साहब की विचार नूं जीवन च नहीं वसाउने। ते मालिक जी कहते ने, कहते एक छिन दर्श दिखाए जी। ते गुरु प्यार वाले साडे कोल ओह अखां होणियां चाहीदियां ने जिन्हां नाल असी ओहदी होंद नूं, ओहदे दर्शन करने ने। नानक से अखड़ियां बयान जिन्नी डिसंदो माँ पीरी।
ਕਹਿੰਦੇ ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ ਆ, ਕਹਿੰਦੇ ਉਹ ਅੱਖਾਂ ਜਿਹੜੀਆਂ ਹੋਰ ਕਿਸਮ ਦੀਆਂ ਆ, ਉਹ ਅੱਖਾਂ ਇਹ ਨਹੀਂ ਹੈਗੀਆਂ। ਕਹਿੰਦੇ ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੈ, ਉਹਨਾਂ ਅੱਖਾਂ ਦੇ ਅੰਦਰ ਮਾੜਾ ਰੂਪ ਵੇਖਣ ਦੀ ਲਾਲਸਾ ਨਹੀਂ ਹੈ, ਗਲਤ ਵੇਖਣ ਦੀ ਲਾਲਸਾ ਨਹੀਂ ਹੈ। ਜਿਹੜੀਆਂ ਅੱਖਾਂ ਦੇ ਨਾਲ ਤੂੰ ਮਾਲਕ ਵਾਹਿਗੁਰੂ ਦੇ ਦਰਸ਼ਨ ਕਰਨੇ ਆ, ਉਹ ਅੱਖਾਂ ਤੈਨੂੰ ਗੁਰੂ ਕੋ ਮਿਲਣੀਆਂ ਨੇ। ਉਹ ਕਿਹੜੀਆਂ ਅੱਖਾਂ ਨੇ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਉਹ ਗਿਆਨ ਦੀਆਂ ਅੱਖਾਂ ਨੇ, ਉਹ ਸਮਝ ਦੀਆਂ ਅੱਖਾਂ ਨੇ। ਕਹਿੰਦੇ ਉਹਨਾਂ ਅੱਖਾਂ ਦੇ ਨਾਲ ਹੀ ਤੂੰ ਉਸ ਮਾਲਕ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰ ਸਕਦਾ ਆ, ਆਪਣੇ ਪਿਆਰੇ ਪ੍ਰਭੂ ਨੂੰ ਵੇਖ ਸਕਦਾ ਆ, ਉਹਦੀ ਹੋਂਦ ਨੂੰ ਸਾਰੇ ਸੰਸਾਰ ਵਿੱਚ ਮਹਿਸੂਸ ਕਰ ਸਕਦਾ ਆ। ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ ਪਹਿਲੇ ਬੰਦ ਵਿੱਚ, ਕੂਪ ਭਰਿਓ ਜੈਸੇ ਦਾਦਰਾ। ਮਾਲਕ ਜੀ ਕਹਿੰਦੇ ਨੇ ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ। ਕੂਪ ਭਰਿਓ, ਕੂਪ ਦਾ ਅਰਥ ਹੁੰਦਾ ਖੂਹ, ਦਾਦਰਾ ਦਾ ਅਰਥ ਕੀ ਆ? ਦਾਦਰ ਭਾਵ ਕੇ ਡੱਡੂ। ਕਹਿੰਦੇ ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, ਕਛ ਦੇਸ਼ ਵਿਦੇਸ਼ ਨਾ ਬੂਝ। ਮਾਲਕ ਜੀ ਕਹਿੰਦੇ ਨੇ ਉਹਨਾਂ ਡੱਡੂਆਂ ਨੂੰ ਕੋਈ ਨਹੀਂ ਪਤਾ ਹੁੰਦਾ, ਉਹਨਾਂ ਡੱਡੂਆਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਇਸ ਖੂਹ ਤੋਂ ਬਾਹਰ ਵੀ ਕੋਈ ਦੇਸ਼ ਪ੍ਰਦੇਸ਼ ਹੈ, ਕਿ ਇਸ ਖੂਹ ਤੋਂ ਬਾਹਰ ਵੀ ਦੁਨੀਆ ਵਸਦੀ ਆ। ਜਿਵੇਂ ਅਸੀਂ ਕਹਿ ਦਿੰਦੇ ਨਾ ਕਈ ਵਾਰੀ, ਭਾਈ ਤੂੰ ਤਾਂ ਖੂਹ ਦਾ ਡੱਡੂ ਬਣ ਕੇ ਬੈਠਾ ਹੋਇਆ, ਤੂੰ ਉੱਠ ਕੇ ਬਾਹਰ ਘੁੰਮ, ਤੈਨੂੰ ਦੁਨੀਆਦਾਰੀ ਬਾਰੇ ਪਤਾ ਲੱਗਾ ਹੋਵੇ, ਤੂੰ ਇੱਕੋ ਜਗ੍ਹਾ ਬੈਠਾ ਹੋਇਆ। ਭਾਵ ਕਿ ਜਿਹੜਾ ਮਨੁੱਖ ਸਿਰਫ ਇੱਕ ਸੀਮਤ ਦਾਇਰੇ ਦੇ ਵਿੱਚ ਰਹਿ ਰਿਹਾ ਆ, ਉਸ ਤੋਂ ਬਾਹਰ ਨਹੀਂ ਨਿਕਲਦਾ, ਕੇਵਲ ਇੱਕ ਸੀਮਤ ਦਾਇਰੇ ਦੀ ਸੋਚ ਵਿੱਚ ਘੁੰਮ ਰਿਹਾ ਆ। ਜਿਵੇਂ ਸੰਸਾਰ ਦੇ ਲੋਕ ਖੂਹ ਦੇ ਡੱਡੂ ਬਣ ਕੇ ਬੈਠੇ ਹੋਏ ਆ, ਕੇਵਲ ਇੱਕੋ ਜਗ੍ਹਾ ਕਿਰਪ ਉਨੀ ਕੀ ਸੋਚ ਰੱਖ ਰਹੇ ਆ, ਉਹ ਤੋਂ ਬਾਹਰ ਨਹੀਂ ਜਾ ਰਹੇ। ਉਹ ਕਹਿੰਦੇ ਇਹਦੇ ਵਿੱਚ ਹੀ ਸਭ ਕੁਝ ਆ। ਜਿਵੇਂ ਉਹ ਕਹਿੰਦੇ ਲੋਕ ਜਿਵੇਂ ਵਹਿਮਾਂ ਭਰਮਾਂ 'ਚ ਬਣੇ ਹੋਏ ਆ, ਫਸੇ ਹੋਏ ਆ, ਖੂਹ ਦੇ ਡੱਡੂ ਬਣ ਕੇ ਬੈਠੇ ਹੋਏ, ਉਹ ਕਹਿੰਦੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਹੀ ਸਭ ਕੁਝ ਆ, ਇਸ ਤੋਂ ਬਾਹਰ ਕੁਝ ਨਹੀਂ ਹੈ। ਇਸੇ ਤਰ੍ਹਾਂ ਸਾਡਾ ਜੀਵਨ ਬਣਿਆ ਹੋਇਆ ਹੈ। ਅਸੀਂ ਕਹਿੰਦੇ ਕਿ ਭਾਈ ਸਭ ਕੁਝ ਜਿੰਨਾ ਕੁ ਮੈਂ ਆ, ਜਿੰਨਾ ਕੁ ਮੈਂ ਘੁੰਮਿਆ ਹੋਇਆ ਆ, ਜਿੰਨਾ ਕੁ ਮੈਨੂੰ ਪਤਾ, ਉਹੀ ਸਭ ਕੁਝ ਹੈ, ਉਸ ਤੋਂ ਬਾਹਰ ਕੁਝ ਨਹੀਂ ਹੈ। ਮਾਲਕ ਜੀ ਕਹਿੰਦੇ ਸਾਡਾ ਜੀਵਨ ਜਿਹੜਾ ਖੂਹ ਦੇ ਡੱਡੂਆਂ ਵਾਂਗ ਹੈ। ਜਿਵੇਂ ਖੂਹ ਦੇ ਡੱਡੂ ਸਮਝਦੇ ਕਿ ਭਾਈ ਖੂਹ ਦੇ ਵਿੱਚ ਹੀ ਸਾਰੀ ਦੁਨੀਆ, ਸਭ ਕੁਝ ਇੱਥੇ ਆ, ਇਹ ਤੋਂ ਬਾਹਰ ਕੁਝ ਨਹੀਂ ਹੈ। ਇਸੇ ਤਰ੍ਹਾਂ ਸਾਡਾ ਜੀਵਨ ਬਣਿਆ ਹੋਇਆ। ਸਾਡਾ ਜੀਵਨ ਵੀ ਕਹਿੰਦੇ ਇਸੇ ਤਰ੍ਹਾਂ ਹੀ, ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਕਹਿੰਦੇ ਇਸੇ ਤਰ੍ਹਾਂ ਹੀ ਮਾਲਕ ਜੀ ਮੇਰਾ ਮਨ ਮਾਇਆ ਦੇ ਖੂਹ ਵਿੱਚ ਇੰਨਾ ਖੁੱਭਾ ਹੋਇਆ ਆ, ਇੰਨਾ ਫਸਿਆ ਹੋਇਆ ਆ, ਕਛ ਆਰਾ ਪਾਰ ਨਾ ਸੂਝ। ਕਹਿੰਦੇ ਮਾਇਆ ਦੇ ਖੂਹ ਵਿੱਚੋਂ ਨਿਕਲਣ ਵਾਸਤੇ ਕੋਈ ਉਰਲਾ ਪਾਰਲਾ ਬੰਨਾ ਹੈ ਹੀ ਨਹੀਂ। ਕਹਿੰਦੇ ਇਸ ਤੋਂ ਬਾਹਰ ਮੈਂ ਕੁਝ ਸਮਝਦਾ ਨਹੀਂ। ਭਾਵ ਕਿ ਮਨੁੱਖ ਦਾ ਜੀਵਨ ਸਿਰਫ ਵਿਕਾਰਾਂ ਵਿੱਚ ਫਸਿਆ ਹੋਇਆ, ਸਿਰਫ ਵਿਕਾਰਾਂ ਵਿੱਚ ਹੀ ਫਸਿਆ ਹੋਇਆ, ਬੁਰਾਈ ਵਿੱਚ ਫਸਿਆ ਹੋਇਆ। ਕਹਿੰਦਾ ਇਸ ਤੋਂ ਬਾਹਰ ਕੁਝ ਨਹੀਂ ਹੈ। ਲਾਲਚ ਵਿੱਚ ਫਸਿਆ ਹੋਇਆ, ਲਾਲਚ ਵਿੱਚ ਫਸ ਕੇ ਉਹ ਖੂਹ ਦਾ ਡੱਡੂ ਬਣਿਆ ਹੋਇਆ, ਇਸ ਤੋਂ ਬਾਹਰ ਕੁਝ ਵੀ ਨਹੀਂ ਵੇਖ ਰਿਹਾ ਕਿ ਭਾਈ ਦੁਨੀਆ ਹੋਰ ਵੀ ਹੈ, ਸੰਸਾਰ ਅੰਦਰ ਹੋਰ ਵੀ ਬੜੇ ਚੰਗੇ ਕੰਮ ਨੇ। ਜੀਵਨ ਸੋਹਣਾ ਤੇਰਾ ਬਣ ਜਾਵੇਗਾ ਜੇਕਰ ਇਸ ਲਾਲਚ ਵਿੱਚੋਂ ਨਿਕਲ ਜਾਵੇਗਾ, ਜੇਕਰ ਇਸ ਲਾਲਚ ਦੇ ਮੋਹ ਵਿੱਚੋਂ, ਕ੍ਰੋਧ ਕਾਮ ਹੰਕਾਰ ਇਹਦੇ ਵਿੱਚੋਂ ਨਿਕਲ ਜਾਵੇਗਾ, ਤੇਰਾ ਜੀਵਨ ਸੋਹਣਾ ਬਣ ਜਾਵੇਗਾ। ਭਾਵ ਕਿ ਇੱਕ ਜਿਹੜੀ ਲਕੀਰ ਵਾਈ ਹੋਈ ਆ, ਉਸ ਲਕੀਰ ਦੇ ਵਿੱਚ, ਉਸ ਗੋਲ ਚੱਕਰ ਦੇ ਵਿੱਚ ਮਨੁੱਖ ਬੈਠਾ ਹੋਇਆ ਆ। ਉਹ ਕਹਿੰਦਾ ਉਸ ਗੋਲ ਚੱਕਰ ਦੇ ਵਿੱਚ ਹੀ ਸਭ ਕੁਝ ਆ, ਇਸ ਤੋਂ ਬਾਹਰ ਕੁਝ ਨਹੀਂ। ਭਾਵ ਕਿ ਜਿਹੜਾ ਆਪਣੀ ਸੀਮਤ ਸੋਚ ਤੋਂ ਬਾਹਰ ਅੱਗੇ ਜਾਣ ਲਈ ਤਿਆਰ ਹੀ ਨਹੀਂ, ਅੱਗੇ ਤੁਰਨ ਲਈ ਤਿਆਰ ਹੀ ਨਹੀਂ, ਇੱਕ ਜਗ੍ਹਾ ਖਲੋ ਗਿਆ। ਇਸੇ ਤਰ੍ਹਾਂ ਸਾਡਾ ਜੀਵਨ ਵੀ ਇੱਥੇ ਤੱਕ ਖਲੋ ਗਿਆ ਕਿ ਭਾਈ ਅਸੀਂ ਸਿਰਫ ਗੁਰੂ ਦੀ ਬਾਣੀ ਪੜ੍ਹ ਰਹੇ ਹਾਂ, ਸਿਰਫ ਗੁਰੂ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ। ਸਾਡੀ ਸੋਚ ਇੱਥੇ ਤੱਕ ਸੀਮਤ ਆ ਕਿ ਭਾਈ ਕੇਵਲ ਗੁਰੂ ਨੂੰ ਮੱਥਾ ਟੇਕ ਲਈਏ, ਪਰਿਕਰਮਾ ਕਰ ਲਈਏ ਤੇ ਘਰ ਨੂੰ ਚਲੇ ਜਾਈਏ, ਇਸ ਤੋਂ ਬਾਅਦ ਹੋਰ ਕੁਝ ਨਹੀਂ ਹੈ। ਸਿਰਫ ਸਾਡੀ ਸੋਚ ਖੂਹ ਦੇ ਡੱਡੂ ਵਾਂਗ ਸਾਡਾ ਜੀਵਨ ਜਿਹੜਾ ਚੱਲ ਰਿਹਾ ਆ। ਭਾਵ ਚਾਹੀਦਾ ਸੀ ਕਿ ਜਿੱਥੇ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕਦਾ, ਨਮਸਕਾਰ ਕਰਦਾ, ਅਗਲਾ ਸਟੈਪ ਮੈਂ ਗੁਰੂ ਸਾਹਿਬ ਦੀ ਵਿਚਾਰ ਨੂੰ ਸੁਣਾ, ਗੁਰੂ ਸਾਹਿਬ ਦੀ ਬਾਣੀ ਪੜ੍ਹਾਂ, ਗੁਰਬਾਣੀ ਪੜ੍ਹਨ ਤੋਂ ਬਾਅਦ ਉਹਨੂੰ ਵਿਚਾਰਾਂ, ਫਿਰ ਉਹਨੂੰ ਸਮਝਾਂ, ਫਿਰ ਉਹਨੂੰ ਜੀਵਨ 'ਚ ਕਮਾਵਾਂ, ਫਿਰ ਤੇਰੇ ਜੀਵਨ ਦੇ ਅੰਦਰ ਉਹ ਖੇੜਾ ਪੈਦਾ ਹੋਵੇਗਾ। ਸਾਨੂੰ ਇਸ ਸੋਚ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਆ। ਇੱਥੋਂ ਤੱਕ ਸੀਮਤ ਨਾ ਸਮਝੀਏ ਕਿ ਭਾਈ ਕੇਵਲ ਮੈਂ ਅੱਜ ਗੁਰੂ ਦੀ ਬਾਣੀ ਪੜ੍ਹ ਲਈ ਆ ਤੇ ਬਸ ਮੇਰਾ ਕੰਮ ਖਤਮ ਹੋ ਗਿਆ।
ਜਾਂ ਫਿਰ ਕੇਵਲ ਅੱਜ ਮੈਂ ਗੁਰੂ ਦੀ ਬਾਣੀ ਦੀ ਵਿਚਾਰ ਕਰ ਲਈ ਆ ਤੇ ਮੇਰਾ ਕੰਮ ਖਤਮ ਹੋ ਗਿਆ, ਇਹ ਤੋਂ ਅਗਾਂਹ ਕੁਛ ਨਹੀਂ ਹੈਗਾ। ਮਾਲਕ ਜੀ ਕਹਿੰਦੇ ਨੇ ਇਹ ਤੋਂ ਖੂਹ ਤੋਂ ਬਾਹਰ ਵੀ ਦੁਨੀਆ ਵਸਦੀ ਆ। ਕਹਿੰਦੇ ਇਸ ਚਾਰ ਦੀਵਾਰੀ ਤੋਂ ਬਾਹਰ ਵੀ ਕਹਿੰਦੇ ਰੱਬ ਜਿਹੜਾ ਵਸਦਾ ਆ। ਜਿਵੇਂ ਅਸੀਂ ਹੁਣ ਇਹ ਸਮਝ ਬੈਠੇ ਆ ਕਿ ਭਾਈ ਕੇਵਲ ਚਾਰ ਦੀਵਾਰੀ ਦੇ ਵਿੱਚ ਗੁਰਦੁਆਰਾ ਚਾਹੇ ਮਸਜਿਦ ਆ ਚਾਹੇ ਮੰਦਰ ਆ, ਅਸੀਂ ਸਮਝੀ ਬੈਠੇ ਕਿ ਰੱਬ ਸਿਰਫ ਇੱਥੇ ਹੀ ਆ, ਹੋਰ ਕਿਤੇ ਨਹੀਂ। ਉਹ ਖੂਹ ਦੇ ਡੱਡੂ ਵਾਲੀ ਗੱਲ ਹੋ ਗਈ ਕਿ ਉਹ ਸਮਝਦਾ ਕਿ ਭਾਈ ਖੂਹ ਵਿੱਚ ਹੀ ਸਭ ਕੁਝ ਆ। ਇਸੇ ਤਰ੍ਹਾਂ ਅਸੀਂ ਸਮਝਦੇ ਕਿ ਭਾਈ ਕੇਵਲ ਇੱਥੇ ਹੀ ਰੱਬ ਬੈਠਾ ਹੋਇਆ ਆ, ਕੇਵਲ ਗੁਰੂ ਇੱਥੇ ਹੀ ਆ, ਹੋਰ ਕਿਤੇ ਗੁਰੂ ਹੈ ਹੀ ਨਹੀਂ। ਜਿਸ ਕਰਕੇ ਮਨੁੱਖ ਜਦੋਂ ਧਾਰਮਿਕ ਸਥਾਨ ਤੋਂ ਬਾਹਰ ਜਾਂਦਾ ਫਿਰ ਮਨੁੱਖ ਮਾੜੇ ਕੰਮ ਕਰਦਾ, ਫਿਰ ਉਹਦੇ ਜੀਵਨ ਵਿੱਚੋਂ ਰੱਬ ਦਾ ਡਰ ਖਤਮ ਹੋ ਜਾਂਦਾ ਆ। ਰੱਬ ਦਾ ਡਰ ਕਦੋਂ ਪੈਦਾ ਹੁੰਦਾ? ਜਦੋਂ ਉਹ ਧਾਰਮਿਕ ਸਥਾਨ ਦੇ ਅੰਦਰ ਆ ਜਾਂਦਾ ਉਦੋਂ ਡਰਦਾ ਆ, ਪਰ ਜਦੋਂ ਬਾਹਰ ਚਲਾ ਜਾਂਦਾ ਫਿਰ ਡਰ ਵੀ ਖਤਮ ਹੋ ਜਾਂਦਾ, ਫਿਰ ਜੀਵਨ ਉਹੋ ਜਿਹਾ ਬਣ ਜਾਂਦਾ ਆ। ਫਿਰ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ, ਉਹੋ ਜਿਹੀਆਂ ਆਦਤਾਂ ਉਹੋ ਜਿਹੇ ਉਹਦੇ ਅੰਦਰ ਜਿਹੜੇ ਔਗਣ ਬਣ ਜਾਂਦੇ ਨੇ। ਮਾਲਕ ਜੀ ਕਹਿੰਦੇ ਨੇ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ। ਮਾਲਕ ਜੀ ਇਸ ਤਰ੍ਹਾਂ ਮੇਰਾ ਮਨ ਖੂਹ ਦੇ ਵਿੱਚ, ਮਾਇਆ ਦੇ ਖੂਹ ਦੇ ਵਿੱਚ, ਵਿਕਾਰਾਂ ਦੇ ਖੂਹ ਵਿੱਚ, ਬੁਰਾਈਆਂ ਦੇ ਖੂਹ ਵਿੱਚ, ਨਫ਼ਰਤ ਈਰਖਾ ਦੇ ਖੂਹ ਵਿੱਚ ਕਹਿੰਦੇ ਖੁੱਭਿਆ ਹੋਇਆ ਆ। ਕਹਿੰਦੇ ਇਸ ਕਰਕੇ ਇਸ ਮਾਇਆ ਦੇ ਮੋਹ ਵਿੱਚੋਂ ਨਿਕਲਣ ਦਾ ਕਹਿੰਦੇ ਮੈਨੂੰ ਕੋਈ ਰਸਤਾ ਨਹੀਂ ਮਿਲ ਰਿਹਾ। ਇਸ ਕਰਕੇ ਤੁਸੀਂ ਮੈਨੂੰ ਇੱਕ ਛਿਨ ਵਾਸਤੇ ਦਰਸ਼ਨ ਦੇਵੋ, ਮੇਰੇ ਜੀਵਨ ਉੱਤੇ ਕਿਰਪਾ ਕਰੋ, ਰਹਿਮਤ ਕਰੋ ਕਿ ਮੇਰਾ ਜੀਵਨ ਇਸ ਮਾਇਆ ਦੇ ਖੂਹ ਵਿੱਚੋਂ ਨਿਕਲ ਜਾਵੇ। ਬਚਨ ਕਰਦੇ ਨੇ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਮਲਨ ਦਾ ਅਰਥ ਹੁੰਦਾ ਮੈਲੀ, ਮਲੀਨਤਾ, ਮੈਲ। ਮਤ ਮਾਧਵਾ, ਮਾਧਵਾ ਭਾਵ ਕਿ ਹੇ ਪ੍ਰਭੂ, ਹੇ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਮਲਨ ਪਈ ਮਤ ਮਾਧਵਾ। ਮਾਲਕ ਜੀ ਜਿਹੜੀ ਮੇਰੀ ਮਤ ਹੈ, ਜਿਹੜੀ ਮੇਰੀ ਅਕਲ ਹੈ, ਉਹ ਵਿਕਾਰਾਂ ਦੇ ਨਾਲ ਮੈਲੀ ਹੋਈ ਪਈ ਆ, ਬੁਰਾਈਆਂ ਦੇ ਨਾਲ ਮੈਲੀ ਹੋਈ ਪਈ ਆ। ਮੇਰੀ ਮਤ ਦੇ ਅੰਦਰ ਵਿਕਾਰ ਆ, ਮੇਰੀ ਮਤ ਦੇ ਅੰਦਰ ਜਿਹੜੀ ਮੈਲ ਭਰੀ ਹੋਈ ਆ। ਕਹਿੰਦੇ ਤੇਰੀ ਗਤ ਲਖੀ ਨਾ ਜਾਏ, ਕਹਿੰਦੇ ਇਸ ਕਰਕੇ ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਰਹਿੰਦੀ। ਮਾਲਕ ਜੀ ਇਸ ਕਰਕੇ ਮੈਨੂੰ ਇਹ ਸਮਝ ਨਹੀਂ ਪੈਂਦੀ ਤੂੰ ਕਿਹੋ ਜਿਹਾ ਹੈਗਾ ਆ। ਇਸ ਕਰਕੇ ਕਹਿੰਦੇ ਮੇਰਾ ਜੀਵਨ ਤੇਰੇ ਤੋਂ ਕੋਹਾਂ ਦੂਰ ਹੋ ਬੈਠਾ ਆ, ਮੈਨੂੰ ਪਤਾ ਨਹੀਂ ਲੱਗਦਾ ਮਾਲਕ ਜੀ ਤੂੰ ਕਿਹੋ ਜਿਹਾ ਆ। ਹੁਣ ਗੁਰੂ ਪਿਆਰ ਵਾਲਿਓ ਵੇਖੋ, ਪੁਰਾਣੇ ਸਮਿਆਂ ਵਿੱਚ ਸਾਡੇ ਘਰਾਂ ਵਿੱਚ ਲਾਲਟੈਨ ਹੁੰਦੀ ਸੀ ਰੋਸ਼ਨੀ ਕਰਨ ਵਾਸਤੇ, ਲਾਈਟ ਦਾ ਪ੍ਰਬੰਧ ਕਰਨ ਵਾਸਤੇ ਪੁਰਾਣੇ ਸਮਿਆਂ ਅੰਦਰ। ਤੇ ਕੀ ਹੁੰਦਾ ਸੀ ਜਦੋਂ ਉਸ ਲਾਲਟੈਨ ਦਾ ਜਿਹੜਾ ਸ਼ੀਸ਼ਾ ਨਾ ਧੂਏ ਦੇ ਨਾਲ ਜ਼ਿਆਦਾ ਕਾਲਾ ਹੋ ਜਾਂਦਾ ਸੀ, ਧੂਆਂ ਉੱਤੇ ਲੱਗ ਜਾਂਦਾ ਸੀਗਾ, ਫਿਰ ਘਰ ਦੇ ਵਿੱਚ ਬੈਠੀ ਹੋਈ ਬੇਬੇ ਆਪਣੇ ਪੁੱਤ ਨੂੰ ਕਹਿੰਦੀ ਕਿ ਪੁੱਤਰਾ ਇਹਦਾ ਸ਼ੀਸ਼ਾ ਸਾਫ਼ ਕਰ ਦੇ। ਕਿਉਂਕਿ ਜਿਵੇਂ ਜਿਵੇਂ ਉਹ ਧੂਆਂ ਜਿਹੜਾ ਉਸ ਸ਼ੀਸ਼ੇ ਤੇ ਚੜ੍ਹਦਾ ਜਾਂਦਾ, ਸ਼ੀਸ਼ਾ ਮੈਲਾ ਹੁੰਦਾ ਜਾਂਦਾ ਤੇ ਰੋਸ਼ਨੀ ਜਿਹੜੀ ਉਸ ਲੈਂਪ ਦੀ ਘਟਦੀ ਜਾਂਦੀ। ਜਦੋਂ ਉਸ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕੀਤਾ ਜਾਂਦਾ ਫਿਰ ਜਿਹੜੀ ਉਹਦੀ ਰੋਸ਼ਨੀ ਵੱਧ ਜਾਂਦੀ ਸੀਗੀ। ਇਸੇ ਤਰ੍ਹਾਂ ਹੀ ਗੁਰੂ ਪਿਆਰ ਵਾਲਿਓ ਸਾਡੀ ਮੱਤ ਉੱਤੇ ਵੀ ਵਿਕਾਰਾਂ ਦੀ ਮੈਲ ਜਿਹੜੀ ਚੜੀ ਹੋਈ ਆ, ਜਿਸ ਕਰਕੇ ਸਾਨੂੰ ਸਮਝ ਘੱਟ ਆ ਰਹੀ, ਭਾਵ ਕਿ ਸਾਡੀ ਜਿਹੜੀ ਜੀਵਨ ਦੀ ਉੱਚੀ ਵਾਲੀ ਸਮਝ ਉਹ ਖਤਮ ਹੁੰਦੀ ਜਾ ਰਹੀ ਹੈ। ਸਾਨੂੰ ਫਿਰ ਸਾਰੇ ਸੰਸਾਰ ਵਿੱਚ ਰੱਬ ਨਜ਼ਰ ਨਹੀਂ ਆ ਰਿਹਾ, ਸਭ ਕੁਝ ਸਾਰੇ ਪਾਸੇ ਧੁੰਦਲਾ ਵਿਖਾਈ ਦੇ ਰਿਹਾ। ਸਾਡੇ ਜੀਵਨ ਅੰਦਰ ਗਿਆਨ ਦੀ ਰੋਸ਼ਨੀ ਜਿਹੜੀ ਸਮਝ ਹੈ ਉਹ ਘੱਟ ਹੈ। ਮਾਲਕ ਜੀ ਕਹਿੰਦੇ ਨੇ ਜਿੰਨਾ ਚਿਰ ਤੇਰੀ ਮੱਤ ਉੱਤੇ ਵਿਕਾਰਾਂ ਦੀ ਮੈਲ ਹੈ ਉਨਾ ਚਿਰ ਤੈਨੂੰ ਇਹ ਨਹੀਂ ਪਤਾ ਲੱਗੇਗਾ ਮਾਲਕ ਵਾਹਿਗੁਰੂ ਕਿਹੋ ਜਿਹਾ ਹੈ, ਉਹਦੀ ਕੁਦਰਤ ਕਿਹੋ ਜਿਹੀ ਹੈ, ਉਹ ਕਿੱਥੇ ਰਹਿ ਰਿਹਾ ਆ। ਕਹਿੰਦੇ ਜਦੋਂ ਤੇਰੀ ਮੱਤ ਵਿਕਾਰਾਂ ਤੋਂ ਰਹਿਤ ਹੋਵੇਗੀ, ਮੈਲ ਤੋਂ ਰਹਿਤ ਹੋਵੇਗੀ, ਫਿਰ ਗੁਰੂ ਪਿਆਰ ਵਾਲਿਓ ਸਾਨੂੰ ਸਾਰਿਆਂ ਵਿੱਚੋਂ ਮਾਲਕ ਦਾ ਵਾਸਾ ਨਜ਼ਰ ਆਉਣਾ ਆ। ਫਿਰ ਇਹ ਲਾਲਚ ਕਰਨੇ, ਫਿਰ ਬੇਈਮਾਨੀਆਂ ਕਰਨੀਆਂ, ਰਿਸ਼ਵਤ ਖੋਰੀਆਂ ਕਰਨੀਆਂ, ਫਿਰ ਗਲਤ ਕੰਮ ਕਰਨੇ, ਨਿੰਦਿਆ ਕਰਨੀ, ਇਹ ਜੀਵਨ ਚੋਂ ਨਿਕਲ ਜਾਣਗੇ। ਫਿਰ ਸਾਡਾ ਜੀਵਨ ਸਾਫ਼ ਨਿਰਮਲ ਹੋ ਜਾਵੇਗਾ, ਫਿਰ ਸਾਡੀ ਜਿਹੜੀ ਮੱਤ ਨਾ ਉੱਚੀ ਹੋ ਜਾਵੇਗੀ। ਹਰ ਰੋਜ਼ ਅਸੀਂ ਅਰਦਾਸ ਵਿੱਚ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਇਹ ਮੱਤ ਉੱਚੀ ਉਦੋਂ ਹੀ ਹੋਣੀ ਆ ਜਦੋਂ ਸਾਡੀ ਮੱਤ ਵਿਕਾਰਾਂ ਤੋਂ ਰਹਿਤ ਹੋਵੇਗੀ। ਤੇ ਮਾਲਕ ਜੀ ਦਾ ਬਚਨ ਆ, ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ। ਮਾਲਕ ਜੀ ਕਹਿੰਦੇ ਨੇ, ਕਹਿੰਦੇ ਮੇਰਾ ਜੀਵਨ ਜਿਹੜਾ ਕਹਿੰਦੇ ਚਾਹੇ ਸਰੇਵੜਿਆਂ ਵਾਂ ਗੰਦਾ ਤੇ ਮੈਲਾ ਰਹਾ। ਕਹਿੰਦੇ ਇਹ ਸਾਰੇ ਭੈੜੀ ਮਤ ਦੇ ਮੰਦੇ ਕਰਮਾਂ।
ਭਾਵ ਕਿ ਜਿਹੜਾ ਮਨੁੱਖ ਆਪਣੇ ਜੀਵਨ ਅੰਦਰ ਗਲਤ ਕੰਮ ਕਰ ਰਿਹਾ, ਜੇ ਕੋਈ ਗਲਤ ਪਾਸੇ ਜਾ ਰਿਹਾ, ਇਹ ਸਭ ਕੁਝ ਕਿ ਉਹਦੀ ਮੱਤ ਭੈੜੀ ਆ, ਉਹਦੀ ਮੱਤ ਗੰਦਲੀ ਆ। ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ, ਗਲਤ ਪਾਸੇ ਜਾ ਰਿਹਾ, ਜਾਂ ਕਿਸੇ ਨੂੰ ਬੁਰੇ ਸ਼ਬਦ ਬੋਲ ਰਿਹਾ ਕਿਸੇ ਬਾਰੇ, ਤੇ ਗੁਰੂ ਪਿਆਰ ਵਾਲੇ ਇਹ ਸਮਝੋ ਕਿ ਇਹਦੀ ਮੱਤ ਜਿਹੜੀ ਭੈੜੀ ਆ, ਇਹਦੀ ਮੱਤ ਜਿਹੜੀ ਗੰਦੀ ਹੋਈ ਪਈ ਆ ਵਿਕਾਰਾਂ ਦੇ ਨਾਲ। ਇਹਨੂੰ ਆਪਣੀ ਮੱਤ ਨੂੰ ਸਾਫ਼ ਕਰਨਾ ਪੈਣਾ, ਫਿਰ ਇਹ ਕਿਸੇ ਨੂੰ ਚੰਗੇ ਬੋਲ ਬੋਲੇਗਾ, ਫਿਰ ਹੀ ਕਿਸੇ ਨੂੰ ਇਹ ਰੋਸ਼ਨੀ ਦੇ ਸਕਦਾ ਨਾ। ਜਦੋਂ ਉਸ ਲੈਂਪ ਦਾ ਸ਼ੀਸ਼ਾ ਸਾਫ਼ ਕੀਤਾ ਗਿਆ ਤੇ ਆਪਣੇ ਆਪ ਹੀ ਰੋਸ਼ਨੀ ਵੱਧ ਗਈ, ਆਪਣੇ ਆਪ ਹੀ ਸਾਰੇ ਪਾਸੇ ਰੋਸ਼ਨੀ ਉਹਦੀ ਖਿਲਰ ਗਈ। ਇਸੇ ਤਰ੍ਹਾਂ ਹੀ ਜਦੋਂ ਸਾਡੀ ਮੱਤ ਤੋਂ ਮੈਲ ਖਤਮ ਹੋ ਗਈ ਨਾ, ਫਿਰ ਸਾਡੀ ਜ਼ੁਬਾਨ 'ਚੋਂ ਬੋਲ ਵੀ ਚੰਗੇ ਨਿਕਲਣਗੇ, ਅਸੀਂ ਦੂਜੇ ਦਾ ਭਲਾ ਵੀ ਸੋਚਾਂਗੇ, ਅਸੀਂ ਫਿਰ ਕਦੇ ਵੀ ਜੀਵਨ 'ਚ ਸਹੀ ਗਲਤ ਰਾਹ 'ਤੇ ਨਹੀਂ ਚੱਲਾਂਗੇ। ਫਿਰ ਸਾਡਾ ਜੀਵਨ ਵਿਕਾਰਾਂ ਤੋਂ ਰਹਿਤ ਹੋ ਜਾਵੇਗਾ, ਸਾਡੀ ਮੱਤ ਜਿਹੜੀ ਉਜਲੀ ਹੋ ਜਾਵੇਗੀ, ਸਾਫ਼ ਹੋ ਜਾਵੇਗੀ। ਮਾਲਕ ਜੀ ਬਚਨ ਕਰਦੇ ਨੇ, ਮਲਨ ਪਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭ੍ਰਮ ਚੁਕਈ। ਮਾਲਕ ਜੀ ਤੁਸੀਂ ਮਿਹਰ ਕਰੋ, ਮੈਂ ਸਮਤ ਦੇ ਸਮਝਾਏ। ਕਹਿੰਦੇ ਮੈਨੂੰ ਸੁਚੱਜੀ ਮਤ ਬਖਸ਼ੋ। ਇੱਕ ਹੁੰਦੀ ਕੁਚੱਜੀ ਮਤ, ਇੱਕ ਹੁੰਦੀ ਸੁਚੱਜੀ ਮਤ। ਕੁਚੱਜੀ ਹੁੰਦੀ ਜਿਹਨੂੰ ਕੋਈ ਅਕਲ ਸਮਝ ਨਾ ਹੋਵੇ, ਜਿਹੜੀ ਵਿਕਾਰਾਂ ਨਾਲ ਲਿਬੜੀ ਹੋਵੇ। ਸੁਚੱਜੀ ਹੁੰਦੀ ਆ ਭਾਵ ਕਿ ਚੰਗੀ ਮਤ। ਇੱਕ ਹੁੰਦੀ ਆ ਕੁਚੱਜੀ, ਇੱਕ ਹੁੰਦੀ ਆ ਸੁਚੱਜੀ। ਸਤਿਗੁਰ ਨੇ ਆਪਣੀ ਬਾਣੀ ਅੰਦਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਕੁਚੱਜੀ, ਇੱਕ ਸੁਚੱਜੀ, ਇੱਕ ਗੁਣਵੰਤੀ, ਇਹ ਤਿੰਨ ਬਾਣੀਆਂ ਵੀ ਆਉਂਦੀਆਂ ਨੇ। ਗੁਰੂ ਪਿਆਰ ਵਾਲਿਓ, ਜਿਹੜੀ ਇਸਤਰੀ ਕੁਚੱਜੀ ਹੋਵੇ ਉਹਨੂੰ ਕੀ ਕਹਿੰਦੇ, ਭੈੜੇ ਲੱਛਣਾਂ ਵਾਲੀ। ਜਿਹੜੀ ਸਹੀ ਇਸਤਰੀ ਹੈ ਉਹ ਕੁਚੱਜੀ ਆ, ਜਿਹਨੂੰ ਚੱਜ ਨਾ ਹੋਵੇ ਕੰਮ ਕਰਨ ਦਾ, ਨਾ ਬੋਲਣ ਦਾ, ਨਾ ਕਿਸੇ ਨਾਲ ਪਿਆਰ ਨਾਲ ਰਹਿਣ ਦਾ, ਉਹਨੂੰ ਕੁਚੱਜੀ ਕਿਹਾ ਜਾਂਦਾ ਆ। ਤੇ ਇੱਕ ਹੈ ਸੁਚੱਜੀ, ਭਾਵ ਕਿ ਜਿਹੜੇ ਚੱਜ ਦੇ ਕੰਮ ਕਰਦੀ, ਜਿਹਨੂੰ ਚੱਜ ਹੈ, ਜਿਹਨੂੰ ਸਮਝ ਹੈ, ਜਿਹਨੂੰ ਆਦਰ ਸਤਿਕਾਰ, ਕਿਸੇ ਨੂੰ ਬੁਲਾਉਣਾ ਚਲਾਉਣਾ, ਕਿਵੇਂ ਪਿਆਰ ਨਾਲ ਸਤਿਕਾਰ ਕਰਨਾ, ਉਹਨੂੰ ਕਹਿੰਦੇ ਸੁਚੱਜੀ, ਚੰਗੇ ਲੱਛਣਾਂ ਵਾਲੀ। ਗੁਣਵੰਤੀ, ਮਾਲਕ ਜੀ ਕਹਿੰਦੇ ਤੂੰ ਆਪਣਾ ਜੀਵਨ ਗੁਣਵੰਤੀ ਭਾਵ ਕਿ ਗੁਣਾਂ ਵਾਲਾ ਬਣਾ, ਸੁਚੱਜਾ ਬਣਾ। ਤੇ ਗੁਰ ਮਿਲ ਚੱਜ ਅਚਾਰ ਸਿੱਖ, ਗੁਰੂ ਨੂੰ ਮਿਲ ਕੇ ਅਸੀਂ ਚੱਜ ਭਾਵ ਕਿ ਚੰਗਾ ਜੀਵਨ ਸਿੱਖਣਾ ਆ। ਗੁਰੂ ਨੂੰ ਮਿਲ ਕੇ ਹੀ ਸਾਨੂੰ ਚੱਜ ਆਉਣਾ ਜਿਉਣ ਦਾ, ਕਿ ਅਸੀਂ ਸੰਸਾਰ ਵਿੱਚ ਰਹਿ ਕੇ ਕਿਵੇਂ ਜਿਉਣਾ ਆ, ਕਿਵੇਂ ਆਪਣੇ ਜੀਵਨ ਨੂੰ ਬਸਰ ਕਰਨਾ ਹੈ, ਇਹ ਗੁਰੂ ਤੋਂ ਪਤਾ ਲੱਗਣਾ ਹੈ। ਕਹਿੰਦੇ ਕਰੋ ਕਿਰਪਾ ਭ੍ਰਮ ਚੁਕਈ, ਮੈਂ ਸਮਤ ਦੇ ਸਮਝਾਏ। ਕਹਿੰਦੇ ਮੈਨੂੰ ਸੁਚੱਜੀ ਮਤ ਬਖਸ਼ੋ ਤਾਂ ਕਿ ਮੇਰੀ ਭਟਕਣਾ ਮੁੱਕ ਜਾਵੇ। ਇਹ ਭਟਕਣਾ ਉਨਾ ਚਿਰ ਆ ਜਿੰਨਾ ਚਿਰ ਸਾਡੀ ਮਤ ਮੈਲੀ ਆ। ਗੁਰੂ ਅੱਗੇ ਅਸੀਂ ਇਹ ਅਰਦਾਸ ਕਰੀਏ, ਮਾਲਕ ਜੀ ਤੁਸੀਂ ਸਾਨੂੰ ਆਪਣੀ ਸੋਝੀ ਦੇਵੋ। ਸਾਨੂੰ ਸਮਝ ਬਹੁਤ ਘੱਟ ਆ, ਸਾਡੀ ਸਮਝ ਬਹੁਤ ਘੱਟ ਆ, ਸਾਨੂੰ ਮਤ ਬਹੁਤ ਘੱਟ ਆ, ਸਾਨੂੰ ਅਕਲ ਬਹੁਤ ਘੱਟ ਆ। ਮਾਲਕ ਜੀ ਤੁਸੀਂ ਸਮਝ ਬਖਸ਼ੋ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਹਿੰਦੇ ਤੂੰ ਗੁਰੂ ਦੀ ਮਤ ਲੈ, ਭਗਤੀ ਤੋਂ ਬਿਨਾ ਕਹਿੰਦੇ ਸਿਆਣੇ ਤੋਂ ਸਿਆਣੇ ਮਨੁੱਖ ਵੀ ਡੁੱਬ ਗਏ ਵਿਕਾਰਾਂ ਦੇ ਵਿੱਚ, ਬੁਰਾਈਆਂ ਦੇ ਵਿੱਚ। ਜੋ ਗੀਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ। ਜੋਗੀਸਰ, ਜੋਗੀਸਰ ਦਾ ਅਰਥ ਹੁੰਦਾ ਵੱਡੇ ਵੱਡੇ ਜੋਗੀ ਲੋਕ ਵੀ ਕਹਿੰਦੇ ਮਾਲਕ ਜੀ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕੇ। ਵੱਡੇ ਵੱਡੇ ਜੋਗੀ ਲੋਕ ਵੀ। ਪ੍ਰੇਮ ਭਗਤ ਕੈ ਕਾਰਣੈ ਕਹਿ ਰਵਿਦਾਸ ਚਮਾਰ। ਇਸ ਕਰਕੇ ਹੇ ਰਵਿਦਾਸ ਚਮਾਰ ਤੂੰ ਵੀ ਪ੍ਰਭੂ ਦੀ ਸਿਫਤ ਸਲਾਹ ਕਰ। ਭਗਤ ਰਵਿਦਾਸ ਜੀ ਆਖਦੇ ਨੇ ਕਿ ਤੂੰ ਵੀ ਭਲਿਆ ਉਸ ਮਾਲਕ ਦੀ ਵਡਿਆਈ ਕਰ, ਸਿਫਤ ਸਲਾਹ ਕਰ। ਕਹਿੰਦੇ ਤਾਂ ਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਸਕੇ। ਗੁਰੂ ਪਿਆਰ ਵਾਲਿਓ, ਜੇਕਰ ਅਸੀਂ ਉਹਦੀ ਵਡਿਆਈ ਸਿਫਤ ਸਲਾਹ ਕਰਨੀ ਹੈ ਤੇ ਸਾਨੂੰ ਤਾਂ ਹੀ ਉਹਦੀ ਪ੍ਰੇਮਾਂ ਵਾਲੀ ਭਗਤੀ, ਇਹ ਪਿਆਰ ਦੀ ਦਾਤ ਮਿਲ ਸਕਦੀ ਆ। ਫਿਰ ਸਾਡਾ ਜੀਵਨ ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਮਾਲਕ ਦੇ ਦਰਸ਼ਨ ਦੀਦਾਰੇ ਕਰ ਲਵਾਂਗੇ, ਰੱਬੀ ਗੁਣਾਂ ਨੂੰ ਜੀਵਨ 'ਚ ਵਸਾ ਲਵਾਂਗੇ ਤੇ ਸਾਡੀ ਜਿਹੜੀ ਮਤ ਨਾ ਉਹ ਚੰਗੀ ਬਣ ਜਾਵੇਗੀ। ਸਾਡੀ ਮਤ ਜਿਹੜੀ ਉੱਚੀ ਹੋ ਜਾਵੇਗੀ ਤੇ ਮਨ ਸਾਡਾ ਜਿਹੜਾ ਨੀਵਾਂ ਹੋ ਜਾਵੇਗਾ। ਸੋ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਕਿ ਪ੍ਰਭੂ ਦੇ ਚਰਨਾਂ ਵਿੱਚ ਸਾਡੀ ਇਹ ਅਰਦਾਸ ਹੋਵੇ, ਮਾਲਕ ਜੀ ਸਾਡੀ ਮਤ ਉੱਚੀ ਹੋਵੇ ਤੇ ਮਨ ਨੀਵਾਂ ਹੋਵੇ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।